ਵੈਲਕਮ ਇਨ ਦੀ ਕਲਾਸ। ਐਮ ਬਬਲਜੀਤ ਕੌਰ। ਅੱਜ ਆਪਾਂ ਮੈਥ ਦਾ ਚੈਪਟਰ 12 ਸਟਾਰਟ ਕਰਾਂਗੇ। ਤਾਂ ਉਹ ਚੈਪਟਰ ਆਪਣਾ ਹੈਗਾ ਐਕਸਪੋਨੈਂਟਸ ਐਂਡ ਪਾਵਰਸ, ਘਾਤ ਅੰਕ ਅਤੇ ਘਾਤ। ਸਭ ਤੋਂ ਪਹਿਲਾਂ ਐਕਸਪੋਨੈਂਟਸ ਕੀ ਹੁੰਦੇ ਆ ਕਿ ਇੱਦਾਂ ਦਾ ਐਕਸਪ੍ਰੈਸ਼ਨ ਜਿਹਦੇ ਵਿੱਚ ਆਪਾਂ ਕਿ ਕੋਈ ਵੀ ਫੈਕਟਰ ਨੂੰ ਮਲਟੀਪਲਾਈ ਕਰਕੇ ਦੁਬਾਰਾ ਲਿਖ ਰਹੇ ਹਾਂ ਤਾਂ ਉਹਨੂੰ ਕੀ ਆਪਾਂ ਜ਼ਿਆਦਾ ਵਾਰੀ ਨਹੀਂ ਲਿਖਦੇ, ਆਪਾਂ ਸਿਰਫ ਉਹਨੂੰ ਪਾਵਰਸ ਦੇ ਵਿੱਚ ਰਿਪਰੈਜ਼ੈਂਟ ਕਰ ਦਿੰਦੇ ਹਾਂ। ਤਾਂ ਉਹ ਵਾਲਾ ਕੀ ਹੋ ਜਾਊਗਾ, ਉਹਦੀ ਪਾਵਰ ਐਕਸਪੋਨੈਂਟ ਇੰਡੀਸਿਸ। An expression that consists of a repeated power of multiplication of the same factor, कि ਜਿਹੜਾ ਵੀ ਆਪਾਂ ਨੂੰ ਫੈਕਟਰ ਦਿੱਤਾ ਹੋਇਆ ਆਪਾਂ ਨੂੰ ਦੁਬਾਰਾ ਪਾਵਰਸ ਦੇ ਵਿੱਚ ਰਿਪਰੈਜ਼ੈਂਟ ਕਰਨਾ ਕਿ ਕਿੰਨੀ ਵਾਰੀ ਆਪਾਂ ਨੂੰ ਗੁਣਾ ਕਰਕੇ ਲਿਖ ਰਹੇ ਹਾਂ। ਕਿਸੇ ਦਿੱਤੀ ਹੋਈ ਸੰਖਿਆ ਨੂੰ ਖੁਦ ਨਾਲ ਕਿੰਨੀ ਵਾਰੀ ਆਪਾਂ ਗੁਣਾ ਕੀਤੀ ਹੋਈ ਆ ਤਾਂ ਉਹ ਸੰਖਿਆ ਦੀ ਘਾਤ ਅਖਵਾਉਂਦੀ ਹੈ। ਤਾਂ ਹੁਣ ਜਿਵੇਂ ਆਪਾਂ ਲਿਖੀਏ ਕਿ 2 ਨੂੰ ਆਪਾਂ 3 ਟਾਈਮਸ ਮਲਟੀਪਲਾਈ ਕਰ ਰਹੇ ਹਾਂ। 2 ਮਲਟੀਪਲਾਈ 2 2 2 ਦਾ 4 4 2 ਦਾ 8। ਤਾਂ ਹੁਣ ਆਪਾਂ ਇੰਨੀ ਵਾਰੀ ਮਲਟੀਪਲਾਈ ਕਰਕੇ ਨਹੀਂ ਲਿਖਦੇ, ਆਪਾਂ ਨੂੰ ਕਿਵੇਂ ਲਿਖ ਸਕਦੇ ਹਾਂ, ਮਲਟੀਪਲਾਈ ਕਿਹਨੂੰ ਕਰ ਰਹੇ ਆਪਾਂ ਵਾਰ-ਵਾਰ 2 ਨੂੰ। ਤਾਂ 2 ਹੋ ਜਾਊਗਾ ਕਿੰਨੀ ਵਾਰੀ ਲਿਖਿਆ 1 2 3, ਤਾਂ ਉਹਦੇ ਉੱਪਰ ਕਿੰਨੀ ਪਾਵਰ ਹੋ ਜਾਊਗੀ ਆਪਣੇ ਕੋਲੇ 3। ਤਾਂ 2 ਦੀ ਪਾਵਰ ਕਿੰਨੀ ਹੋ ਗਈ 3, ਘਾਤ ਕਿੰਨੀ ਹੋ ਗਈ ਆਪਣੇ ਕੋਲੇ 10। ਬਟ ਇਹਨੂੰ ਆਪਾਂ ਇਦਾਂ ਨਹੀਂ ਲਿਖ ਸਕਦੇ ਕਿ 2 ਨੂੰ ਆਪਾਂ ਸਿੱਧਾ ਹੀ 3 ਦੇ ਨਾਲ ਮਲਟੀਪਲਾਈ ਕਰ ਦਈਏ, ਤਾਂ ਉਹ ਕਿੰਨਾ ਹੋ ਜਾਊਗਾ 6 ਦੇ ਇਕੁਅਲ। ਇਹ ਗਲਤ ਆ। ਆਪਾਂ ਨੂੰ ਕਿੰਨੀ ਵਾਰੀ ਲਿਖਣਾ 3 ਵਾਰੀ ਗੁਣਾ ਕਰਕੇ ਲਿਖਣਾ ਹੈ। ਫਿਰ ਨੈਕਸਟ ਹੈ ਆਪਣੇ ਕੋਲੇ ਪਾਵਰਸ ਵਿਦ ਨੈਗੇਟਿਵ ਐਕਸਪੋਨੈਂਟਸ, ਕਿ ਜੇ ਪਾਵਰ ਆਪਣੇ ਕੋਲੇ ਮਾਈਨਸ ਦੇ ਵਿੱਚ ਦਿੱਤੀ ਹੋਊਗੀ। ਹੁਣ ਇੱਥੇ ਆਪਣੇ ਕੋਲੇ ਪਾਵਰ ਕਿਵੇਂ ਸੀਗੀਆਂ, ਸਾਰੀਆਂ ਪਲੱਸ ਦੇ ਵਿੱਚ ਦਿੱਤੀਆਂ ਹੋਈਆਂ ਸੀ, ਤੇ ਜਦੋਂ ਮਾਈਨਸ ਦੇ ਵਿੱਚ ਪਾਵਰ ਦਿੱਤੀ ਹੋਊਗੀ ਤਾਂ ਫਾਰਮੂਲਾ ਕੀ ਹੋਊਗਾ a ਰੇਜ਼ ਟੂ ਪਾਵਰ -1। a ਦੀ ਘਾਤ ਕਿੰਨੀ ਆ -m। ਤੁਹਾਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, ਇਨਵਰਸ ਦੇ ਵਿੱਚ ਕਰਕੇ ਵਟੇ ਦੇ ਵਿੱਚ 1/, ਜਿੰਨੀ ਪਾਵਰ ਇੱਥੇ ਦਿੱਤੀ ਆ a ਰੇਜ਼ ਟੂ ਪਾਵਰ m। ਹੁਣ 1/, ਕਰਕੇ ਲਿਖਿਆ ਤਾਂ ਇੱਥੇ ਵੈਲਿਊ ਕਿੰਨੀ ਆਊਗੀ ਆਪਣੇ ਕੋਲੇ ਪਲੱਸ ਦੇ ਵਿੱਚ। m ਆਪਣੇ ਕੋਲੇ ਕੀ ਇੱਕ ਪੋਜ਼ੀਟਿਵ ਇੰਟੀਜਰ ਆ, ਤੇ a ਦੀ ਪਾਵਰ -m ਜੋ ਆਪਾਂ ਲਿਖਿਆ ਹੋਇਆ ਇਹ ਮਲਟੀਪਲੀਕੇਟਿਵ ਇਨਵਰਸ ਹੋਊਗਾ a ਰੇਜ਼ ਟੂ ਪਾਵਰ m ਦਾ। ਹੁਣ ਜੇ ਕੋਈ ਐਗਜ਼ਾਮਪਲ ਵਿੱਚ ਕਿ ਜੇ ਆਪਣੇ ਕੋਲੇ 10 ਰੇਜ਼ ਟੂ ਪਾਵਰ -1 ਆ, ਇਹਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ 1/10। 10 ਰੇਜ਼ ਟੂ ਪਾਵਰ 2 ਦਿੱਤੀ ਹੋਈ ਤਾਂ ਡਿਨੋਮੀਨੇਟਰ ਦੇ ਵਿੱਚ ਜਾ ਕੇ ਜਦੋਂ ਆਪਾਂ ਉਹਦਾ ਗੁਣਾਤਮਕ ਉਲਟ ਮਲਟੀਪਲੀਕੇਟਿਵ ਇਨਵਰਸ ਲਵਾਂਗੇ ਤਾਂ ਇਹਦੀ ਪਾਵਰ ਫਿਰ ਕਿੰਨੀ ਹੋ ਜਾਊਗੀ 10 ਰੇਜ਼ ਟੂ ਪਾਵਰ -2। ਇਸੇ ਤਰ੍ਹਾਂ 3 ਰੇਜ਼ ਟੂ ਪਾਵਰ -2 ਕਿਹਦੇ ਇਕੁਅਲ ਹੋ ਜਾਊਗਾ 1/3 ਰੇਜ਼ ਟੂ ਪਾਵਰ 2। ਧਨਾਤਮਕ ਅੰਕ ਘਾਤ ਅੰਕਾਂ ਦੀ ਘਾਤ, ਤਾਂ ਇਹਦੇ ਵਿੱਚ ਵੀ ਆਪਾਂ ਸੇਮ ਹੀ ਲਿਖ ਰਹੇ ਹਾਂ a ਰੇਜ਼ ਟੂ ਪਾਵਰ m ਕਿਹਦੇ ਇਕੁਅਲ ਆ 1/m। ਫਿਰ ਨੈਕਸਟ ਹੈ ਆਪਣੇ ਕੋਲੇ ਲॉज ਆਫ ਐਕਸਪੋਨੈਂਟਸ, ਕਿ ਇਹਨਾਂ ਦੇ ਕੀ ਨਿਯਮ ਆ, ਕੀ ਲॉज ਨੇ। ਕਿ ਜੇ ਆਪਾਂ ਨੂੰ ਕੋਈ ਵੀ ਨੋਨ ਜ਼ੀਰੋ ਇੰਟੀਜਰ a ਦਿੱਤਾ ਹੋਇਆ ਤਾਂ ਹੁਣ ਉਹਦੇ ਲਈ ਆਪਣੇ ਕੋਲੇ ਪਹਿਲਾਂ ਦੇਖੋ a ਰੇਜ਼ ਟੂ ਪਾਵਰ m ਮਲਟੀਪਲਾਈ a ਰੇਜ਼ ਟੂ ਪਾਵਰ m, ਦੋਨਾਂ ਦੇ ਵਿੱਚ ਆਪਣੇ ਕੋਲੇ a ਸੇਮ ਆ ਰਿਹਾ ਤੇ ਮਲਟੀਪਲਾਈ ਦੇ ਵਿੱਚ ਬੇਸ ਸੇਮ ਆ, ਤਾਂ ਪਾਵਰਸ ਨੂੰ ਆਪਾਂ ਕੀ ਆ ਐਡ ਕਰ ਸਕਦੇ ਹਾਂ, ਤਾਂ a ਰੇਜ਼ ਟੂ ਪਾਵਰ m + n। ਫਿਰ ਜੇ ਆਪਣੇ ਕੋਲ ਡਿਵੀਜ਼ਨ ਦੇ ਵਿੱਚ ਦਿੱਤੇ ਹੋਣ a ਰੇਜ਼ ਟੂ ਪਾਵਰ m ਅਪੋਨ a ਰੇਜ਼ ਟੂ ਪਾਵਰ n, ਤਾਂ ਫਿਰ ਪਾਵਰ ਜਿਹੜੀ ਥੱਲੇ ਦਿੱਤੀ ਹੋਊਗੀ ਉਹਨੇ ਉੱਪਰ ਜਾ ਕੇ ਮਾਈਨਸ ਹੋ ਜਾਣਾ। ਤੇ ਜੇ ਆਪਣੇ ਕੋਲ ਦੋ ਪਾਵਰਸ ਦਿੱਤੀਆਂ ਹੋਣਗੀਆਂ a ਰੇਜ਼ ਟੂ ਪਾਵਰ m, ਫਿਰ ਬ੍ਰੈਕਟ ਪਾ ਕੇ ਆਪਣੇ ਕੋਲ ਪਾਵਰ ਹੈਗੀ ਉਹਦੀ n, ਤਾਂ ਦੋਨੋਂ ਪਾਵਰਸ ਨੂੰ ਆਪਾਂ ਆਪਸ ਦੇ ਵਿੱਚ ਮਲਟੀਪਲਾਈ ਕਰਕੇ ਲਿਖਾਂਗੇ। ਹੁਣ ਇਹਦੇ ਵਿੱਚ ਆਪਣੇ ਕੋਲ ਕੀ ਆ, ਬੇਸ ਉਹਦੇ ਅਲੱਗ-ਅਲੱਗ ਨੇ, ਪਾਵਰਸ ਸੇਮ ਆ। ਮਤਲਬ ਇੱਥੇ a ਤੇ b ਦਿੱਤੇ ਹੋਏ ਆ, a ਦੀ ਪਾਵਰ ਕਿੰਨੀ ਆ m, b ਦੀ ਪਾਵਰ m। ਇੱਥੇ ਆਪਣੇ ਕੋਲ ਕੀ ਸੀ, ਬੇਸ ਸੇਮ ਸੀ, ਮਤਲਬ a 2 ਵਾਰੀ ਆ ਰਿਹਾ ਸੀ, ਸੇਮ ਸੀ, ਬਟ ਪਾਵਰਸ ਉਹਨਾਂ ਦੀ ਕੀ ਸੀਗੀਆਂ ਅਲੱਗ-ਅਲੱਗ ਸੀ, ਤਾਂ ਹੀ ਆਪਾਂ ਪਾਵਰਸ ਨੂੰ ਐਡ ਕੀਤਾ ਸੀ। ਇੱਥੇ ਆਪਣੇ ਕੋਲ ਹੈਗੀਆਂ ਨੇ ਪਾਵਰਸ ਸੇਮ ਆ, ਬੇਸ ਅਲੱਗ, ਤਾਂ ਬੇਸ ਨੂੰ ਆਪਾਂ ਆਪਸ ਦੇ ਵਿੱਚ ਮਲਟੀਪਲਾਈ ਕਰ ਦੇਣਾ ਤੇ ਪਾਵਰ ਨੂੰ ਸਿਰਫ ਆਪਾਂ ਇੱਕ ਵਾਰੀ ਲਿਖਾਂਗੇ। ਹੁਣ ਨੈਕਸਟ ਹੈ ਆਪਣੇ ਕੋਲ a ਰੇਜ਼ ਟੂ ਪਾਵਰ m ਅਪੋਨ b ਰੇਜ਼ ਟੂ ਪਾਵਰ m। ਤੇ a ਤੇ b ਜਿਹੜੇ ਬੇਸ ਸੀਗੇ ਉਹ ਡਿਫਰੈਂਟ ਦਿੱਤੇ ਹੋਏ ਨੇ। ਇੱਥੇ ਆਪਣੇ ਕੋਲ ਬੇਸ ਸੇਮ ਸੀ, ਪਾਵਰਸ ਅਲੱਗ ਸੀਗੀਆਂ, ਤਾਂ ਹੀ ਪਾਵਰ ਨੂੰ ਉੱਪਰ ਲਿਜਾ ਕੇ ਆਪਾਂ ਮਾਈਨਸ ਕੀਤਾ ਸੀ। ਤਾਂ ਇਸ ਕੇਸ ਦੇ ਵਿੱਚ ਆਪਾਂ a ਅਪੋਨ b ਪਾਵਰ ਨੂੰ ਇੱਕ ਵਾਰੀ ਕਰਕੇ ਲਿਖਾਂਗੇ। ਤੇ ਜੇ ਹੁਣ a ਦੀ ਪਾਵਰ 0, ਕਿ 0 ਪਾਵਰ ਦਿੱਤੀ ਹੋਊਗੀ ਤਾਂ ਉਹ ਹਮੇਸ਼ਾ ਹੀ 1 ਦੇ ਇਕੁਅਲ ਹੁੰਦਾ ਹੈ। ਹੁਣ ਨੈਕਸਟ ਐਕਸਰਸਾਈਜ਼ 12.1 ਦਾ ਫਸਟ ਕੁਐਸਚਨ ਇਵੈਲੂਏਟ। ਹੁਣ ਆਪਾਂ ਨੂੰ ਜਿਹੜੀ ਸਟੇਟਮੈਂਟ ਦਿੱਤੀ ਹੋਈ ਆਪਾਂ ਨੂੰ ਸੋਲਵ ਕਰਨਾ। ਫਸਟ ਹੈ ਆਪਣੇ ਕੋਲ 3 ਰੇਜ਼ ਟੂ ਪਾਵਰ -2। ਹੁਣ ਪਾਵਰ ਕੀ ਆ ਮਾਈਨਸ ਦੇ ਵਿੱਚ ਦਿੱਤੀ ਹੋਈ ਆ, ਤਾਂ ਉਹਨੂੰ ਆਪਾਂ ਕਿਵੇਂ ਕਰਕੇ ਲਿਖਾਂਗੇ, ਤਾਂ ਉਹ ਹੋ ਜਾਊਗਾ ਆਪਣੇ ਕੋਲੇ 1/3 ਰੇਜ਼ ਟੂ ਪਾਵਰ 2। ਤਾਂ ਫਿਰ 3 ਰੇਜ਼ ਟੂ ਪਾਵਰ 2 ਆ, ਤਾਂ ਆਪਣੇ ਕੋਲ ਮਲਟੀਪਲੀਕੇਸ਼ਨ ਦੇ ਵਿੱਚ ਕਿੰਨੀ ਵਾਰੀ ਚੱਲ ਜਾਊਗਾ 2 ਟਾਈਮਸ। ਤਾਂ 3 ਰੇਜ਼ ਟੂ ਪਾਵਰ 2 ਕਿੰਨਾ ਹੋ ਗਿਆ 3 × 3, ਤਾਂ ਵੈਲਿਊ ਸੇ ਆਪਣੇ ਕੋਲ ਕਿੰਨੀ ਹੋ ਜਾਊਗੀ 1/9। ਨੈਕਸਟ ਪਾਰਟ ਆਪਣੇ ਕੋਲ ਹੈਗਾ ਹੈ -4 ਰੇਜ਼ ਟੂ ਪਾਵਰ -2। ਤਾਂ ਫਿਰ ਪਾਵਰ ਆਪਣੇ ਕੋਲ ਕੀ ਆ ਮਾਈਨਸ ਦੇ ਵਿੱਚ ਦਿੱਤੀ ਹੋਈ ਹੈ, ਤਾਂ ਆਪਾਂ ਨੂੰ ਕਿਵੇਂ ਲਿਖਾਂਗੇ 1/-4 ਰੇਜ਼ ਟੂ ਪਾਵਰ 2। ਪਾਵਰ ਫਿਰ 2 ਆ ਰਹੀ ਹੈ ਆਪਣੇ ਕੋਲੇ, ਤਾਂ ਮਲਟੀਪਲੀਕੇਸ਼ਨ ਦੇ ਵਿੱਚ ਟਰਮਸ ਕਿੰਨੀ ਵਾਰੀ ਜਾਣਗੀਆਂ 2 ਟਾਈਮਸ।
तो -4 इंटू -4 कितना हो जाएगा +16। नैक्सट इस तरह थर्ड पार्ट अपने को है 1/2 रेज़ टू पावर -5। तो फिर वैल्यू कितनी हो जाएगी 1/2 रेज़ टू पावर -5। पावर माइनस ਦੇ ਵਿੱਚ ਦਿੱਤੀ ਹੋਈ ਹੈ ਤਾਂ ਜਦੋਂ ਆਪਾਂ ਇਹਨੂੰ ਉੱਪਰ ਲੈ ਕੇ ਜਾਂਦੇ ਆ ਤਾਂ ਪਾਵਰ ਕਿੰਨੀ ਹੋ ਜਾਂਦੀ ਆ 2 रेज़ टू पावर 5। 2 ਨੂੰ ਆਪਾਂ 5 ਟਾਈਮਸ ਲਿਖਣਾ ਤਾਂ 5 ਟਾਈਮਸ ਲਿਖੋ 1 2 3 4 5। ਤਾਂ ਮਲਟੀਪਲਾਈ ਕਰਕੇ ਕਿੰਨਾ ਬਣ ਰਿਹਾ 2 2 ज़ा 4 4 2 ज़ा 8 8 2 ज़ा 16 16 2 ज़ा 32। ਨੈਕਸਟ ਆਪਣਾ ਸੈਕੰਡ ਕੁਐਸਚਨ ਹੈ ਸਿੰਪਲੀਫਾਈ ਐਂਡ ਐਕਸਪ੍ਰੈਸ ਦੀ ਰਿਜ਼ਲਟ ਇਨ ਪਾਵਰ ਨੋਟੇਸ਼ਨ ਐਂਡ ਪੋਜ਼ਿਟਿਵ ਐਕਸਪੋਨੈਂਟ। ਕਿ ਜਦੋਂ ਆਪਾਂ ਰਿਜ਼ਲਟ ਫਾਈਂਡ ਕਰ ਲਿਆ ਤਾਂ ਰਿਜ਼ਲਟ ਨੂੰ ਆਪਾਂ ਮਲਟੀਪਲੀਕੇਸ਼ਨ ਦੇ ਵਿੱਚ ਨਹੀਂ ਲੈ ਕੇ ਜਾਣਾ, ਆਪਾਂ ਸਿਰਫ ਉਹਨੂੰ ਕੀ ਆ ਪਾਵਰਸ ਦੇ ਵਿੱਚ ਹੀ ਲਿਖਣਾ ਹੈ। ਤਾਂ ਉਹ ਪਾਵਰਸ ਹਮੇਸ਼ਾ ਹੀ ਆਪਣੇ ਕੋਲ ਕੀ ਆ ਪੋਜ਼ਿਟਿਵ ਦੇ ਵਿੱਚ ਰਹਿਣੀਆਂ ਚਾਹੀਦੀਆਂ ਨੇ। ਤਾਂ ਫਸਟ ਆਪਣੇ ਕੋਲ ਪਾਰਟ ਹੈਗਾ -4 रेज़ टू पावर 5 डिवीजन हैगी अपने को -4 रेज़ टू पावर 8। ਤਾਂ ਫਿਰ ਆਪਣੇ ਕੋਲ ਕੀ ਆ ਬੇਸ ਸੇਮ ਆ ਰਹੇ ਨੇ। ਆਪਾਂ ਫਾਰਮੂਲਾ ਪੜ੍ਹਿਆ ਸੀਗਾ a रेज़ टू पावर m डिवाइडेड बाय a रेज़ टू पावर n। तो किहदे इक्वल आ जाऊगा a रेज़ टू पावर m माइनस n। ਤਾਂ ਹੁਣ ਫਿਰ ਆਪਣੇ ਕੋਲ ਇਹਦੇ ਵਿੱਚ ਕੀ ਆ ਬੇਸ ਸੇਮ ਦਿੱਤੇ ਹੋਏ ਨੇ ਤਾਂ ਪਾਵਰਸ ਆਪਣੇ ਕੋਲ ਕੀ ਹੋ ਜਾਣਗੀਆਂ ਆਪਸ ਦੇ ਵਿੱਚ ਸਬਟ੍ਰੈਕਟ। ਤਾਂ ਉਹ ਕਿੰਨਾ ਹੋ ਜਾਊਗਾ 5 - 8। ਤਾਂ -4 ਦੀ ਪਾਵਰ ਕਿੰਨੀ ਹੋਗੀ -3। ਤਾਂ ਫਿਰ ਆਪਾਂ ਨੂੰ ਉਹਨਾਂ ਨੇ ਕਿਹਾ ਕਿ ਆਪਾਂ ਨੂੰ ਟਰਮ ਨੂੰ ਜਿਹੜੇ ਆਪਾਂ ਆਨਸਰ ਕੱਢਾਂਗੇ ਉਹਨੂੰ ਕੀ ਆਪਾਂ ਪੋਜ਼ਿਟਿਵ ਐਕਸਪੋਨੈਂਟ ਦੇ ਵਿੱਚ ਲਿਖਣਾ ਪਲੱਸ ਦੇ ਵਿੱਚ। ਤਾਂ ਇਹਨੂੰ 1/* ਕਰਕੇ ਲਿਖਾਂਗੇ 1/- -4 रेज़ टू पावर 3। ਹੁਣ ਇਸ ਤਰ੍ਹਾਂ ਨੈਕਸਟ ਹੈ ਆਪਣੇ ਕੋਲ ਸੈਕੰਡ ਪਾਰਟ 1/2 रेज़ टू पावर 3 ਹੋਲ ਪਾਵਰ ਆਪਣੇ ਕੋਲ ਹੈਗੀ ਆ 2। ਤਾਂ ਹੁਣ ਇਹਦੇ ਵਿੱਚ ਫਿਰ ਆਪਣੇ ਕੋਲ ਪਾਵਰ ਕਿੰਨੀ ਹੋ ਜਾਊਗੀ ਬੇਸ ਸੇਮ ਆ ਤਾਂ 2 ਦੀ ਪਾਵਰ ਕਿੰਨੀ ਹੋ ਜਾਊ 3 × 2 3 2 ज़ा 6। ਇਸੇ ਤਰ੍ਹਾਂ ਨੈਕਸਟ ਪਾਰਟ थर्ड क्वेश्चन अपने को है फाइंड दी वैल्यू। कि अपने को जी वैल्यू आप फाइंड करनी ने तो वो अपने को स्टेटमेंट दी हुई ने। फस्ट स्टेटमेंट अपने को हैगी 3 रेज़ टू पावर 0 + 4 रेज़ टू पावर -1 × 2 रेज़ टू पावर 2। हम फिर अपने को कि a की पावर 0 कि जे a की पावर 0 दी होगी तो वो हमेशा ही कि इक्वल आऊगा 1 दे। तो a रेज़ टू पावर -m कि इक्वल से 1/a रेज़ टू पावर m। हम फिर सॉल्व करते हैं आप 3 रेज़ टू पावर 0 कि इक्वल हो गया 1 4 रेज़ टू पावर -1 ये कि इक्वल आ जाएगा 1/4 2 रेज़ टू पावर 2 मतलब 2 ਨੂੰ ਆਪਾਂ 2 टाइम्स मल्टीप्लाई करनी है तो 2 2 ज़ा 4। ਹੁਣ ਇੱਥੇ ਆਪਾਂ ਐਲਸੀਐਮ ਲਵਾਂਗੇ। ਹੁਣ ਇਹਦਾ ਐਲਸੀਐਮ ਕਿੰਨਾ ਹੋ ਗਿਆ 4। ਹੁਣ ਇੱਥੇ ਡਿਨੋਮੀਨੇਟਰ 'ਚ 1 4 ਨੂੰ ਆਪਾਂ 1 ਨਾਲ ਡਿਵਾਈਡ ਕਰਾਂਗੇ ਫਿਰ ਜਿੰਨਾ ਆਨਸਰ ਆ ਜਾਊਗਾ ਉਹਨੂੰ 1 ਦੇ ਨਾਲ ਮਲਟੀਪਲਾਈ ਤਾਂ 4 प्लस फिर 4 ਨੂੰ 4 ਨਾਲ ਡਿਵਾਈਡ ਕੀਤਾ ਤਾਂ ਆਨਸਰ ਆਇਆ 1 1 ਨੂੰ 1 ਨਾਲ ਮਲਟੀਪਲਾਈ ਕੀਤਾ ਤਾਂ 1 × 4 4 + 1 5/4 × 4 4 ਨਾਲ 4 ਕੱਟ ਹੋ ਕੇ ਕਿੰਨਾ ਆਨਸਰ ਆ ਗਿਆ ਆਪਣਾ 5। ਨੈਕਸਟ ਹੈਗਾ ਆਪਣਾ ਪਾਰਟ ਨੈਕਸਟ ਦੇ ਵਿੱਚ ਵੀ ਤੁਸੀਂ ਸੇਮ ਕੰਡੀਸ਼ਨਸ ਹੀ ਅਪਲਾਈ ਕਰੋਗੇ 2 रेज़ टू पावर -1 × 4 रेज़ टू पावर -1 डिवाइडेड बाय 2 रेज़ टू पावर -2। ਹੁਣ ਦੇਖੋ ਇੱਥੇ ਆਪਣੇ ਕੋਲ 4 ਆ 4 ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ 2 रेज़ टू पावर 2 मतलब जे 2 ਨੂੰ ਆਪਾਂ 2 टाइम्स मल्टीप्लाई करते हैं तो आंसर कितना आंदा अपने को 4। हाँ फिर ये कि अपने को बेस सेम हो जाएंगे बेस सेम हो गए तो पावर्स ਨੂੰ ਆਪਾਂ ऐड कर देना। ਹੁਣ ਇੱਥੇ एक पावर अपने माइनस ਦੇ ਵਿੱਚ ਦਿੱਤੀ ਹੋਈ ਤਾਂ ਆਪਾਂ ਨੂੰ ब्रैकेट्स लिखा प्लस माइनस किहदे इक्वल हो गया माइनस तो अपने को कितना हो गया फिर पावर्स ਦੇ ਵਿੱਚ 2 रेज़ टू पावर -3 डिवाइडेड बाय 2 रेज़ टू पावर -2। फिर हम a रेज़ टू पावर m डिवाइडेड बाय a रेज़ टू पावर m बेस सेम ने तो पावर्स अपने को माइनस में गई क्यों माइनस के गई क्योंकि आप इतने की डिवीजन के सम कर रहे थे तो पावर कितनी हो जाएगी 2 रेज़ टू पावर -1 तो आंसर कितना आ गया 1/2। इस तरह नैक्सट देखो अपना थर्ड पार्ट वो अपने को 1/2 रेज़ टू पावर -2 + 1/3 रेज़ टू पावर -2 + 1/4 रेज़ टू पावर -2। सब दी पावर्स आप लिखिया माइनस के पावर आ जो आप उपर लैके जावे तो पावर कि हो जाएगी प्लस के। तो हम पावर में सॉल्व करो 2 रेज़ टू पावर 2 मतलब 2 ਨੂੰ 2 बारी लिखोगे तुम 2 2 ज़ा 4। इस तरह 3 ਨੂੰ 2 टाइम्स लिखा 3 3 ज़ा 9 4 ਨੂੰ 2 टाइम्स लिखा तो 16 प्लस करके कितना आंसर आ गया अपना 29। नैक्सट है अपने को जो सम दिता 3 रेज़ टू पावर -1 + 4 रेज़ टू पावर -1 + 5 रेज़ टू पावर -1 ये पावर कितनी है 0। पहले आप सारी ब्रैकेट में सॉल्व करांगे फिर जाके आप फॉर्मूला लगाना इतने a रेज़ टू पावर 0 कि इक्वल हो जाएगा 1 दे तो माइनस के पावर्स ने फिर अपने को इतने कितना हो जाएगा आइडेंटिटी यूज़ करके a रेज़ टू पावर -m कि इक्वल होंगे 1/a रेज़ टू पावर m।
1/3 प्लस 1/4 प्लस 1/5 3 4 5 का एलसीएम लैके वैल्यू कितनी हो जाएगी 60। तो फस्ट टर्म के नाल आपां देखते हैं तो 1/3 सी 60 ਨੂੰ ਆਪਾਂ 3 ने डिवाइड किया तो कितना आंसर आया 20 20 ਨੂੰ 1 ਦੇ ਨਾਲ मल्टीप्लाई करो आंसर आ जाऊगा 20। फिर अपन 4 दिता होया 4 ਨੂੰ 60 ने डिवाइड किया तो अपने को आ गया 15 15 ਨੂੰ 1 ਦੇ ਨਾਲ मल्टीप्लाई की तो 15 5 ਨੂੰ 60 ਦੇ ਨਾਲ डिवाइड किया तो 12 12 ਨੂੰ 1 ਦੇ ਨਾਲ मल्टीप्लाई की तो 12 प्लस करके आंसर आ गया 47/60 होल रेज़ टू पावर 0। किसी भी टर्म की वैल्यू अपना जो 0 रेज़ की हुई है तो वो वैल्यू कितनी हो जाती है 1 के इक्वल। इस तरह तुम नैक्सट पार्ट भी यदा ट्राई करना। फिर नैक्सट है अपने को फोर्थ क्वेश्चन इवैल्यूएट। हम फस्ट है 8 रेज़ टू पावर -1 इंटू 5 रेज़ टू पावर 3 अपॉन 2 रेज़ टू पावर -4। तो हम इन्होंने अपने को किया 5 रेज़ टू पावर 3 मल्टीप्लाई हम आ वाली वैल्यूज की ने माइनस के ने पावर्स दी हम ये आप कि फॉर्मूला लगावे a रेज़ टू पावर -m कि इक्वल हो जाएगा 1/a रेज़ टू पावर m। तो उन्होंने अल्ट करके लिखांगे आप उन्हें डिनोमीनेटर चल जाना 8 रेज़ टू पावर -1 सी तो डिनोमीनेटर आ गया 8 रेज़ टू पावर 1 2 रेज़ टू पावर -4 सी तो ऊपर चल जाना तो कितनी पावर हो जाएगी 2 रेज़ टू पावर 4। हम आप फिर सॉल्व करते हैं कि 8 में आप किमें लिख सकते हैं 2 रेज़ टू पावर 3 क्यों क्योंकि आप जो 2 ਨੂੰ 3 बारी गुना करते हैं तो कितना आंसर आता है 8 2 2 ज़ा 4 2 ज़ा 8 तो ही आप 8 में लिखा 2 रेज़ टू पावर 3। हाँ देखो इतने दोनों अपने को लिखा डिवीजन के बेस सेम आ तो पावर ने की करना ऊपर जाके माइनस हो जाना 4 -3 5 रेज़ टू पावर 3 मल्टीप्लाई 2 रेज़ टू पावर 1 5 ਨੂੰ 3 टाइम्स लिखा इंटू 2 हाँ फिर मल्टीप्लाई करो 5 5 ज़ा 25 25 में आप फिर 5 ना करना फिर 2 ना करना तो आंसर आ जाऊगा 250। इस तरह तुम सैकेंड पार्ट ट्राई करना। फिर नैक्सट है अपने को फिफ्थ क्वेश्चन आप m की वैल्यू फाइंड करनी है 5 रेज़ टू पावर m डिवाइडेड बाई 5 रेज़ टू पावर 3 इज इक्वल टू 5 रेज़ टू पावर 5। डिवीजन के बेस सेम आ तो पावर्स की हो जाएगियाँ माइनस तो कि फॉर्मूला लग्या a रेज़ टू पावर m डिवाइडेड बाई a रेज़ टू पावर n कि इक्वल हो जाएगा a रेज़ टू पावर m माइनस n। ए नूं आपां एक बारी लिखिया उवें ही इत्थे आपां 5 नूं एक बारी लिखिया तो पावर्स नूं माइनस किया एक माइनस पहला ही सीगा एक फॉर्मूले सी तो माइनस माइनस प्लस हम फिर बेस सेम दिते हुए ने तो पावर्स आपस में इक्वल हो जाएगियाँ तो m+3 कि इक्वल हो गया 5 3 नूं दूजी साइड लैके माइनस के तो m की वैल्यू कितनी आ जाएगी 2। नैक्सट है अपने को 6th क्वेश्चन ये भी आप वैल्यू फाइंड करना 1/3 रेज़ टू पावर -1 आ माइनस के पावर दी होगी तो आप किया रेसिप्रोकल लैके लिखांगे तो वो कितनी पावर हो जाएगी 3/1 तो अपॉन 1 आप नहीं लिख रहे तो आप सिर्फ 3 लिखिया 1/4 की पावर -1 तो उन्होंने आप लिख सकते हैं 4 3 - 4 कि इक्वल होंगे -1 पावर कितनी आ -1 तो फिर आपू अल्ट करके लिखांगे रेसिप्रोकल ले लो 1/-1 तो आंसर कितना आ गया -1। इस तरह सैकेंड पार्ट। नैक्सट है अपना 7th क्वेश्चन सिंपलीफाई करना तो फस्ट पार्ट है 25 इंटू टी रेज़ टू पावर -4 25 में आप किमें लिख सकते हैं 5 मल्टीप्लाई 5 5 5 ज़ा 25 तो 5 में आप 2 बारी लिखा तो पावर कितनी हो जाएगी 5 रेज़ टू पावर 2। 10 में आप भी तोड़ के लिखांगे तो वो कितना हो गया 2 मल्टीप्लाई 5। हम अगे सारिया पावर्स इकट्ठियाँ कर लो डिनोमीनेटर कितना 5 रेज़ टू पावर -3 तो ऊपर ले जाके कितना हो जाएगा प्लस के टर्म 5 रेज़ टू पावर 3 फिर 5 अपने को एक डिनोमीनेटर से ऊपर जाके कितनी पावर होगी -1 टी रेज़ टू पावर -4 डिनोमीनेटर पावर माइनस के 8 सी टी की तो और भी आप उपर ले आएंगे तो टी रेज़ टू पावर 8 तो डिनोमीनेटर से कला कितना रह गया 2 मल्टीप्लाई ने सारी टर्म्स बेस सेम आ तो पावर्स कितनी हो गया ऐड तो 5 रेज़ टू पावर 2 + 3 - 1 टी भी अपने को देखो बेस सेम आ टी सेम आ रहा तो पावर्स की हो जाएगी ऐड -4 + 8 तो सॉल्व करके आंसर कितना हो गया 5 रेज़ टू पावर 4 इंटू टी रेज़ टू पावर 4/2 सारे मल्टीप्लाई करके आप आंसर काट देना। इस तरह तुम सैकेंड पार्ट ट्राई करना है कि 3 रेज़ टू पावर -5 10 में आप किमें लिख सकते हैं 2 मल्टीप्लाई 5 125 में किमें लिख सकते हैं आप तोड़ के 5 के 5 रेज़ टू पावर 3 तो फिर पावर्स इकट्ठियाँ कर लो हम अपने को कितनी -5 वाली इकट्ठे किए 3 की पावर -5 सी 2 की पावर -5 सी
5 ਰੇਜ਼ਡ ਪਾਵਰ -5 ਤਾਂ ਇੱਥੇ 5 ਦੀ ਪਾਵਰ ਕਿੰਨੀ ਹੋ ਗਈ 3। ਹੁਣ ਫਿਰ ਆਪਣੇ ਕੋਲ ਪਾਵਰਸ ਸੇਮ ਨੇ ਤਾਂ ਬੇਸ ਨੂੰ ਆਪਾਂ ਆਪਸ 'ਚ ਮਲਟੀਪਲਾਈ ਕਰਾਂਗੇ। ਉਸ ਤੋਂ ਬਾਅਦ ਫਿਰ ਸਾਰੀਆਂ ਪਾਵਰਸ ਇਕੱਠੀਆਂ ਕਰ ਦਿਓ। ਇੱਕ 6 ਦੀ ਪਾਵਰ ਹੋ ਗਈ -5, ਇੱਕ ਆਪਣੇ ਕੋਲ ਡਿਨੋਮੀਨੇਟਰ 'ਚ ਸੀਗੀ ਤਾਂ ਉਹ ਵੀ ਆਪਾਂ ਉੱਪਰ ਲੈ ਕੇ ਗਏ ਤਾਂ ਪਲੱਸ ਦੇ ਵਿੱਚ ਹੋ ਜਾਣਾ। ਇੱਥੇ 5 ਦੀਆਂ ਸਾਰੀਆਂ ਪਾਵਰਸ ਆਪਸ ਦੇ ਵਿੱਚ ਐਡ ਹੋ ਜਾਣਗੀਆਂ ਕਿਉਂਕਿ ਬੇਸ ਸੇਮ ਦਿੱਤਾ ਹੋਇਆ ਸੀ ਆਪਾਂ ਨੂੰ। ਪਾਵਰਸ ਕੀ ਨੇ ਆਪਸ 'ਚ ਫਿਰ ਪਲੱਸ ਹੋਈਆਂ ਕਿਉਂਕਿ ਮਲਟੀਪਲਾਈ ਦਾ ਸਾਈਨ ਸੀ। ਤਾਂ 6 ਰੇਜ਼ਡ ਪਾਵਰ -5 + 5 ਤਾਂ ਉਹ ਕਿਹਦੇ ਇਕੁਅਲ ਹੋ ਗਿਆ 0। 5 ਰੇਜ਼ਡ ਪਾਵਰ -5 + 3 + 7 ਤਾਂ ਕਿੰਨਾ ਆ ਜਾਊਗਾ ਸੋਲਵ ਕਰਕੇ 5 ਰੇਜ਼ਡ ਪਾਵਰ 5। 5 ਨੂੰ 5 ਟਾਈਮਸ ਜੇ ਆਪਾਂ ਮਲਟੀਪਲਾਈ ਕਰਦੇ ਹਾਂ ਤਾਂ ਆਨਸਰ ਕਿੰਨਾ ਆ ਜਾਊਗਾ 3125। ਇਹ ਸਾਰੇ ਸਮ ਤੁਸੀਂ ਟਰਾਈ ਕਰਦੇ ਨੇ। ਥੈਂਕ ਯੂ।